ਸਤਿਗੁਰੂ ਆਖਦੇ ਹਨ, ਗੁਰੂ ਇਸ ਤਰ੍ਹਾਂ ਦਾ ਚਾਹੀਦਾ ਹੈ ਜੋ ਆਪ ਮੁਕਤ ਹੋਵੇ ਤੇ ਸਾਨੂੰ ਵੀ ਮੁਕਤ ਕਰ ਦੇਵੇ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਗੁਰੂ ਜੇ ਸਾਡੇ ਵਿੱਚ ਆਇਆ ਏ ਤੇ ਗੁਰੂ ਸਾਨੂੰ ਮੁਕਤੀ ਦਾ ਮਾਰਗ ਵਿਖਾਉਣ ਵਾਸਤੇ ਆਇਆ ਏ। ਮੁਕਤੀ ਨੂੰ ਲੈ ਕੇ ਸਾਡੇ ਮਨ ਦੇ ਵਿੱਚ ਬੜੇ ਭਰਮ ਭੁਲੇਖੇ, ਸ਼ਾਇਦ ਅਸੀਂ ਸੋਚਦੇ ਹਾਂ ਕਿ ਆਦਮੀ ਦੀ ਮੌਤ ਹੋ ਜਾਵੇ ਸ਼ਾਇਦ ਉਹਨੂੰ ਮੁਕਤੀ ਆਖਿਆ ਜਾਂਦਾ ਹੈ। ਨਹੀਂ, ਉਹਨੂੰ ਮੁਕਤੀ ਨਹੀਂ ਆਖਿਆ ਜਾਂਦਾ। ਮੁਕਤੀ ਦਾ ਜਿਹੜਾ ਅਰਥ ਹੈ, ਮੁਕਤੀ ਆਖਦੇ ਹਨ ਕਿ ਵਾਰ-ਵਾਰ ਜੋ ਅਸੀਂ ਜਨਮਦੇ ਹਾਂ, ਮਰਦੇ ਹਾਂ, ਇੱਧਰੋਂ ਸਾਨੂੰ ਸਦੀਵ ਕਾਲ ਵਾਸਤੇ ਫੇਰੇ ਪੈਣੇ ਬੰਦ ਹੋ ਜਾਣ, ਉਹਨੂੰ ਮੁਕਤੀ ਆਖਿਆ ਜਾਂਦਾ ਹੈ। ਤੇ ਹੁਣ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਸਾਡੇ ਸਾਹਮਣੇ ਕਿ ਅਸੀਂ ਵਾਰ-ਵਾਰ ਜਨਮ ਕਿਉਂ ਲੈਂਦੇ ਹਾਂ, ਵਾਰ-ਵਾਰ ਕਿਉਂ ਮਰਦੇ ਹਾਂ, ਕਿਉਂ ਸਾਨੂੰ ਵਾਰ-ਵਾਰ ਇੱਥੇ ਆਉਣਾ ਪੈਂਦਾ ਹੈ। ਤੇ ਧੰਨ ਗੁਰੂ ਪਿਤਾ ਨੇ ਬਾਣੀ ਦੇ ਅੰਦਰ ਆਖਿਆ ਏ, ਸਾਡਾ ਜੋ ਵਾਰ-ਵਾਰ ਜਨਮ ਹੁੰਦਾ ਏ, ਵਾਰ-ਵਾਰ ਆਪਾਂ ਮਰਦੇ ਹਾਂ, ਇਹਦਾ ਜਿਹੜਾ ਕਾਰਨ ਹੈ ਉਹ ਹੈ ਸਾਡੀਆਂ ਇੱਛਾਵਾਂ। ਜਿੰਨੀਆਂ ਅਸੀਂ ਇੱਛਾਵਾਂ ਕਰਦੇ ਹਾਂ, ਇੱਛਾਵਾਂ ਦੇ ਕਰਕੇ ਸਾਨੂੰ ਵਾਰ-ਵਾਰ ਸੰਸਾਰ ਦੇ ਵਿੱਚ ਆਉਣਾ ਪੈਂਦਾ ਏ, ਵਾਰ-ਵਾਰ ਸਾਨੂੰ ਫਿਰ ਮਰਨਾ ਪੈਂਦਾ ਏ। ਇਹ ਜੋ ਸੰਸਾਰ ਦੇ ਭੋਗ ਹਨ, ਭੋਗ ਉਹਨੂੰ ਆਖਦੇ ਹਨ ਇੱਛਾ ਨੂੰ। ਸੰਸਾਰ ਦੀਆਂ ਇੱਛਾਵਾਂ ਰੱਖਣੀਆਂ, ਇੱਛਾਵਾਂ ਰੱਖ ਕੇ ਤੇ ਉਹਨਾਂ ਨੂੰ ਫਿਰ ਭੋਗਣਾ, ਉਹ ਸਾਡੇ ਜਨਮ ਅਤੇ ਮਰਨ ਦਾ ਕਾਰਨ ਹੈ। ਸੰਸਾਰ ਦੇ ਭੋਗ ਬਿਲਾਸ, ਸੋਹਣੇ ਕੱਪੜਿਆਂ ਦਾ ਭੋਗ ਬਿਲਾਸ ਕਰਨਾ ਕਿ ਮੈਂ ਸੋਹਣੇ ਕੱਪੜੇ ਪਾਵਾਂ, ਜਾਂ ਫਿਰ ਖਾਣ ਪੀਣ ਦਾ ਭੋਗ ਬਿਲਾਸ ਕਰਨਾ ਕਿ ਮੈਂ ਸੋਹਣਾ ਖਾਵਾਂ, 36 ਤਰ੍ਹਾਂ ਦੇ ਪਦਾਰਥ ਖਾਵਾਂ, ਇਹਨਾਂ ਦਾ ਭੋਗ ਬਿਲਾਸ ਕਰਨਾ, ਜਾਂ ਫਿਰ ਜ਼ਿਆਦਾ ਸੋਹਣਾ, ਇਹਨਾਂ ਦਾ ਭੋਗ ਬਿਲਾਸ ਕਰਨਾ, ਜਾਂ ਸੋਹਣੀ ਸਵਾਰੀ ਕਰਨੀ, ਇਹਨਾਂ ਦਾ ਭੋਗ ਬਿਲਾਸ ਕਰਨਾ। ਇਹਨਾਂ ਭੋਗ ਬਿਲਾਸਾਂ ਕਰਕੇ ਹੀ ਸਾਨੂੰ ਵਾਰ-ਵਾਰ ਆਉਣਾ ਪੈਂਦਾ ਹੈ। ਤੇ ਜਿੰਨੇ ਸਮੇਂ ਤੱਕ ਮਨ ਦੀਆਂ ਇੱਛਾਵਾਂ, ਇਹ ਵਾਸ਼ਨਾਵਾਂ ਠੰਡੀਆਂ ਨਹੀਂ ਪੈ ਜਾਂਦੀਆਂ, ਓਨੇ ਸਮੇਂ ਤੱਕ ਜੀਵ ਆਤਮਾ ਮੁਕਤੀ ਦੇ ਦਵਾਰੇ ਤੇ ਜਾ ਹੀ ਨਹੀਂ ਸਕਦੇ। ਆਪਾਂ ਸ੍ਰੀ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ। ਸ਼੍ਰੀ ਰਾਗ ਦੇ ਅੰਦਰ ਗੁਰੂ ਸਾਹਿਬ ਨੇ ਆਖਿਆ, ਬਾਬਾ ਐਸਾ ਖਾਣਾ ਖੁਸ਼ੀ ਖਵਾਰ, ਬਾਬਾ ਬਹੁਤਾ ਖਾਣਾ ਖੁਸ਼ੀ ਖਵਾਰ, ਜਿਤ ਖਾਧੈ ਤਨ ਪੀੜੀਐ, ਮਨ ਮੈਂ ਚੱਲਹਿ ਵਿਕਾਰ। ਬਾਬਾ ਐਸਾ ਪਹਿਨਣ ਖੁਸ਼ੀ ਖਵਾਰ, ਜਿਤ ਪੈਦੇ ਤਨ ਪੀੜੀਐ, ਮਨ ਮੇ ਚੱਲੇ ਵਿਕਾਰ। ਬਾਬਾ ਐਸਾ ਸੋਹਣਾ ਖੁਸ਼ੀ ਖਵਾਰ, ਜਿਤ ਸੁਤੈ ਤਨ ਪੀੜੀਐ, ਮਨ ਮੇ ਚੱਲੇ ਵਿਕਾਰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਨੂੰ ਆਖਦੇ ਹਨ, ਇਹ ਜੋ ਆਪਾਂ ਸੰਸਾਰ ਦੇ ਭੋਗ ਬਿਲਾਸ ਕਰਦੇ ਹਾਂ, ਇਹਨਾਂ ਵਿੱਚ ਫਸੇ ਹਾਂ, ਇਹ ਸਾਡੇ ਆਉਣ ਅਤੇ ਜਾਣ ਦਾ ਮੁੱਖ ਕਾਰਨ ਹੈ।
ਵਾਰ-ਵਾਰ ਜੋ ਅਸੀਂ ਇੱਥੇ ਆਉਂਦੇ ਹਾਂ, ਮਰਦੇ ਹਾਂ, ਇਹੀ ਕਾਰਨ ਹੈ। ਤੇ ਮੁਕਤੀ ਉਹਨੂੰ ਆਖਿਆ ਜਾਂਦਾ ਹੈ ਜਦੋਂ ਮਨ ਦੇ ਅੰਦਰੋਂ ਇਹ ਵਾਸ਼ਨਾਵਾਂ ਇੱਕਦਮ ਬਰੀਕ ਪੈ ਜਾਣ, ਵਾਸ਼ਨਾਵਾਂ ਇੱਕਦਮ ਠੰਡੀਆਂ ਹੋ ਜਾਣ, ਸੰਸਾਰ ਦੀਆਂ ਇੱਛਾਵਾਂ ਵੱਲੋਂ ਮੂੰਹ ਮੁੜ ਜਾਵੇ ਤੇ ਮੁਕਤੀ ਦੇ ਦਵਾਰੇ ਦੀ ਇੱਛਾ ਮਨ ਵਿੱਚ ਰਵੇ ਕਿ ਮੈਂ ਹੁਣ ਮੁਕਤ ਹੋਣਾ ਹੈ। ਇਹਨੂੰ ਹੀ ਮੁਕਤੀ ਦਾ ਮਾਰਗ ਆਖਿਆ ਜਾਂਦਾ ਹੈ। ਜਦੋਂ ਸਾਡੇ ਮਨ ਦੇ ਵਿੱਚ ਇਹ ਇੱਛਾ ਬਣੇਗੀ ਕਿ ਮੈਂ ਮੁਕਤ ਹੋਣਾ ਹੈ, ਉਹਨੂੰ ਆਖਿਆ ਜਾਂਦਾ ਹੈ ਕਿ ਹੁਣ ਇਹ ਮੁਕਤੀ ਦੇ ਦਵਾਰੇ ਤੇ ਜਾਣਾ ਚਾਹੁੰਦਾ ਹੈ। ਤੇ ਜਿੰਨੇ ਸਮੇਂ ਤੱਕ ਮਨ ਦੇ ਅੰਦਰੋਂ ਇੱਛਾਵਾਂ ਠੰਡੀਆਂ ਨਹੀਂ ਪੈ ਜਾਂਦੀਆਂ, ਇਹ ਚੀਜ਼ਾਂ ਮੱਧਮ ਨਹੀਂ ਪੈ ਜਾਂਦੀਆਂ, ਓਨੇ ਸਮੇਂ ਤੱਕ ਜੀਵ ਆਤਮਾ ਮੁਕਤੀ ਦੇ ਦਵਾਰੇ ਤੇ ਪਹੁੰਚ ਹੀ ਨਹੀਂ ਸਕਦੀ। ਅਸਲ ਵਿੱਚ ਇਹ ਮੁਕਤੀ ਦਾ ਅਰਥ ਹੀ ਇਹੀ ਬਣਦਾ ਹੈ। ਮੌਤ ਤੋਂ ਬਾਅਦ ਜੇ ਅਸੀਂ ਸੋਚੀਏ ਕਿ ਮੁਕਤ ਹੋ ਜਾਵਾਂਗੇ, ਮੌਤ ਤੋਂ ਬਾਅਦ ਮੁਕਤੀ ਨਹੀਂ ਮਿਲਦੀ। ਹੋ ਸਕਦਾ ਹੈ ਮੌਤ ਤੋਂ ਬਾਅਦ ਸਾਨੂੰ ਜ਼ਿਆਦਾ ਦੁੱਖ ਭੋਗਣਾ ਪਵੇ। ਅੱਜ ਵੀ ਧੰਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹੀ ਫਰਮਾਨ ਕੀਤਾ ਹੈ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਇਹ ਵੀ ਤੇ ਇੱਕ ਦੁੱਖ ਹੀ ਹੈ, ਸਰੀਰ ਨੂੰ ਕੋਈ ਪੱਕਾ ਰੋਗ ਲੱਗ ਜਾਣਾ। ਸਾਡਾ ਜੀ ਜਿਹੜਾ ਹੈ ਹਿਰਦਾ ਉਹ ਤਪਦਾ ਹੈ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਤੇ ਇਹ ਵੀ ਇੱਕ ਦੁੱਖ ਹੀ ਹੈ ਕਿ ਹਿਰਦਾ ਚੱਤੋ ਪੈਰ ਸੜਦਾ ਰਹਿੰਦਾ ਹੈ। ਚੱਤੋ ਪੈਰ ਉਹ ਕਿਸ ਤਰ੍ਹਾਂ? ਅਸੀਂ ਮਨ ਵਿੱਚ ਕੋਈ ਇੱਛਾ ਰੱਖ ਲਈ ਹੈ। ਚਲੋ ਆਪਾਂ ਇੱਕ ਉਦਾਹਰਨ ਦੇ ਤੌਰ ਤੇ ਮੰਨ ਲੈਂਦੇ ਹਾਂ ਕਿ ਮਨ ਵਿੱਚ ਇੱਛਾ ਰੱਖ ਲਈ ਕਿ ਮੇਰੇ ਘਰ ਦੇ ਵਿੱਚ ਹੁਣ ਪੁੱਤਰ ਜਨਮ ਲਵੇ। 3 ਧੀਆਂ ਆ ਗਈਆਂ, 3 ਲੜਕੀਆਂ ਨੇ ਜਨਮ ਲਿਆ। ਹੁਣ ਉਹ ਅਕਾਲ ਪੁਰਖ ਕਿਰਪਾ ਕਰੇ ਤੇ ਇਸ ਵਾਰ ਘਰ ਵਿੱਚ ਕੋਈ ਲੜਕਾ ਜਨਮ ਲਵੇ। ਮਨ ਦੇ ਵਿੱਚ ਇੱਛਾ ਰੱਖੀ ਹੈ ਤੇ ਜਦੋਂ ਚੌਥੀ ਵਾਰ ਵੀ ਲੜਕੀ ਹੋ ਗਈ, ਜਦੋਂ ਚੌਥੀ ਵਾਰ ਵੀ ਲੜਕੀ ਹੋ ਗਈ ਤੇ ਉਹ ਜਿਹੜਾ ਹਿਰਦਾ ਸੀ, ਉਹ ਹਿਰਦਾ ਉਹ ਇੱਕਦਮ ਤਪੇਗਾ, ਖਪੇਗਾ। ਇੱਥੋਂ ਤੱਕ ਪਰਮਾਤਮਾ ਦੇ ਨਾਲ ਵੀ ਨਾਰਾਜ਼ ਹੋਵੇਗਾ, ਉਹਨੂੰ ਤਾਨੇ ਮਿਹਣੇ ਮਾਰੇਗਾ, ਉਹਨੂੰ ਉਲਾਮਾ ਦੇਵੇਗਾ। ਇਸ ਲਈ ਇਹ ਜਿੰਨੀਆਂ ਆਪਾਂ ਇੱਛਾਵਾਂ ਰੱਖਦੇ ਹਾਂ, ਇੱਛਾਵਾਂ ਸਾਨੂੰ ਦੁੱਖ ਹੀ ਦਿੰਦੀਆਂ ਹਨ। ਹੁਣ ਕਿਸੇ ਨੂੰ ਸ਼ੂਗਰ ਦੀ ਬਿਮਾਰੀ ਹੈ, ਡਾਕਟਰ ਨੇ ਆਖਿਆ ਕਿ ਤੂੰ ਅੱਜ ਤੋਂ ਬਾਅਦ ਮਿੱਠੇ ਦਾ ਪਰਹੇਜ਼ ਕਰਨਾ ਹੈ। ਤੇ ਹੁਣ ਮਨ ਕਰਦਾ ਮੈਂ ਮਿੱਠਾ ਖਾਵਾਂ, ਮਨ ਦੀ ਇੱਛਾ ਹੈ ਕਿ ਮੈਂ ਮਿੱਠਾ ਖਾਵਾਂ। ਹੁਣ ਉਹ ਮਿੱਠਾ ਖਾਵੇਗਾ ਤੇ ਉਹ ਜਿਹੜੀ ਇੱਛਾ ਹੈ ਸਾਡੇ ਮਨ ਦੀ, ਉਹੀ ਸਾਡੇ ਦੁੱਖ ਦਾ ਕਾਰਨ ਬਣ ਗਈ ਹੈ। ਦੁੱਖ ਦਾ ਕਾਰਨ ਹੁਣ ਕਿਸੇ ਦੇ ਫੇਫੜੇ ਖਰਾਬ ਹੋ ਗਏ, ਫੇਫੜੇ, ਡਾਕਟਰ ਨੇ ਆਖ ਦਿੱਤਾ ਹੈ ਅੱਜ ਤੋਂ ਬਾਅਦ ਤੁਸੀਂ ਡਰਿੰਕ ਨਹੀਂ ਕਰਨੀ, ਸ਼ਰਾਬ ਸੁਰਾਪਾਨ ਇਹਦੀ ਵਰਤੋਂ ਨਹੀਂ ਕਰਨੀ। ਪਰ ਫਿਰ ਵੀ ਮਨ ਆਖਦਾ ਮੈਂ ਸੁਰਾਪਾਨ ਪੀਵਾਂ, ਸ਼ਰਾਬ ਪੀਵਾਂ। ਉਹ ਜਿਹੜੀ ਮਨ ਦੀ ਇੱਛਾ ਹੈ, ਮਨ ਦੀ ਇੱਛਾ ਹੀ ਤੇ ਦੁੱਖ ਦਾ ਕਾਰਨ ਹੈ। ਕਿਸੇ ਦੇ ਪੇਟ ਦੇ ਵਿੱਚ ਚਰਬੀ ਵਧੀ ਹੈ ਤੇ ਡਾਕਟਰ ਨੇ ਆਖ ਦਿੱਤਾ ਹੈ ਅੱਜ ਤੋਂ ਬਾਅਦ ਤੂੰ ਉਹ ਚੀਜ਼ਾਂ ਨਹੀਂ ਖਾਣੀਆਂ ਜਿਹਦੇ ਵਿੱਚ ਕੈਸਟਰੋਲ ਦੀ ਮਾਤਰਾ ਜ਼ਿਆਦਾ ਹੈ। ਘਿਓ ਵਾਲੀਆਂ ਚੀਜ਼ਾਂ ਜਿਸ ਤਰ੍ਹਾਂ ਬਰਗਰ ਜਾਂ ਫਿਰ ਤਲੇ ਪਰੌਂਠੇ ਖਾਣੇ, ਜ਼ਿਆਦਾ ਘਿਓ ਵਰਤਣਾ। ਡਾਕਟਰ ਨੇ ਆਖਿਆ ਇਹ ਚੀਜ਼ਾਂ ਨਹੀਂ ਖਾਣੀਆਂ, ਜੇ ਖਾਵੇਂਗਾ ਤੇ ਤੇਰੀ ਤਕਲੀਫ, ਤੇਰੀ ਪਰੇਸ਼ਾਨੀ ਹੋਰ ਵੱਧਦੀ ਜਾਵੇਗੀ। ਪਰ ਮਨ ਇੱਛਾ ਕਰਦਾ ਹੈ ਕਿ ਮੈਂ ਖਾਵਾਂ।
ਹੁਣ ਇਹ ਜਿਹੜੀ ਮਨ ਦੀ ਇੱਛਾ ਹੈ, ਇਹੀ ਤੇ ਦੁੱਖ ਦਾ ਕਾਰਨ ਬਣ ਗਈ ਹੈ। ਜਿੰਨੇ ਸਮੇਂ ਤੱਕ ਮਨ ਦੀ ਇੱਛਾ ਨਹੀਂ ਖਤਮ ਹੋ ਜਾਂਦੀ, ਅਸੀਂ ਮੁਕਤ ਨਹੀਂ ਹੋ ਸਕਦੇ। ਅਸਲ ਵਿੱਚ ਮੁਕਤੀ ਦਾ ਅਰਥ ਹੀ ਇਹੀ ਬਣਦਾ ਹੈ। ਇਹੀ ਅਰਥ ਹੈ ਮੁਕਤੀ ਦਾ, ਦੂਜਾ ਕੋਈ ਅਰਥ ਨਹੀਂ ਬਣਦਾ। ਤੇ ਜੇ ਅਸੀਂ ਆਖੀਏ ਕਿ ਸੰਸਾਰ ਵਿੱਚ ਆਉਣਾ ਜਾਣਾ ਖਤਮ ਹੋ ਜਾਵੇ, ਸ਼ਾਇਦ ਇਹਨੂੰ ਮੁਕਤੀ ਆਖਿਆ ਹੈ, ਤੇ ਇਹ ਵੀ ਮੁਕਤੀ ਹੈ ਤੇ ਇਹ ਵੀ ਮੁਕਤੀ। ਪਰ ਅਸਲੀ ਮੁਕਤੀ ਇਹ ਹੈ ਕਿ ਮਨ ਦੇ ਅੰਦਰੋਂ ਇੱਛਾਵਾਂ ਇੱਕਦਮ ਮੱਧਮ ਪੈ ਜਾਣ, ਇੱਕਦਮ ਬਰੀਕ ਪੈ ਜਾਣ, ਵਾਸ਼ਨਾਵਾਂ, ਇਹਨੂੰ ਮੁਕਤੀ ਦਾ ਦਵਾਰ ਆਖਿਆ ਜਾਂਦਾ ਹੈ। ਮੁਕਤੀ ਦਾ ਦਵਾਰ। ਜੇ ਸੰਸਾਰ ਦੇ ਵਿੱਚ ਆਉਣਾ, ਸੰਸਾਰ ਵਿੱਚ ਆਉਣਾ ਮਾੜੀ ਗੱਲ ਹੈ, ਸੰਸਾਰ ਵਿੱਚ ਆਉਣਾ, ਤੇ ਫਿਰ ਤੁਸੀਂ ਜਾਣਦੇ ਹੋ ਆਪਣੇ ਦੇਸ਼ ਦੇ ਵਿੱਚ ਕਿੰਨੇ ਅਵਤਾਰਾਂ ਨੇ ਜਨਮ ਲਿਆ, ਕਿੰਨੇ ਅਵਤਾਰ ਅੱਜ ਤੱਕ ਇੱਥੇ ਆ ਚੁੱਕੇ ਹਨ ਤੇ ਆਉਂਦੇ ਰਹਿਣਗੇ। ਸੰਸਾਰ ਵਿੱਚ ਆਉਣਾ ਕੋਈ ਮਾੜੀ ਗੱਲ ਨਹੀਂ। ਸੰਸਾਰ ਵਿੱਚ ਆ ਕੇ ਤੇ ਉਸ ਮਾਲਕ ਨੂੰ ਭੁੱਲ ਜਾਣਾ, ਪਰਮੇਸ਼ਰ ਨੂੰ ਭੁੱਲ ਜਾਣਾ ਤੇ ਮਾਨਵਿਕ ਸੰਸਾਰ ਦੀਆਂ ਇੱਛਾਵਾਂ ਰੱਖ ਲੈਣੀਆਂ, ਇਹਨੂੰ ਦੁੱਖ ਦਾ ਕਾਰਨ ਦੱਸਿਆ ਗਿਆ ਹੈ। ਉਸ ਨਿਰੰਕਾਰ ਪਰਮੇਸ਼ਰ ਨੂੰ ਭੁੱਲ ਕੇ ਸੰਸਾਰ ਦੀਆਂ ਇੱਛਾਵਾਂ ਤੇ ਸੰਸਾਰ ਨਾਲ ਆਪਣੀ ਅਟੈਚਮੈਂਟ ਜੋੜ ਲੈਣੀ, ਇਹਨੂੰ ਦੁੱਖ ਦਾ ਕਾਰਨ ਦੱਸਿਆ ਗਿਆ। ਸੰਸਾਰ ਵਿੱਚ ਆਉਣਾ ਇਹ ਦੁੱਖ ਦਾ ਕਾਰਨ ਨਹੀਂ ਹੈ। ਸੰਸਾਰ ਦੇ ਵਿੱਚ ਆ ਕੇ ਤੇ ਸੰਸਾਰ ਦੀਆਂ ਇੱਛਾਵਾਂ ਨੂੰ ਮਨ ਵਿੱਚ ਰੱਖ ਲੈਣਾ, ਇਹ ਦੁੱਖ ਦਾ ਕਾਰਨ ਬਣ ਜਾਂਦੀਆਂ ਹਨ। ਧੰਨ ਗੁਰੂ ਨਾਨਕ ਸਾਹਿਬ ਆਏ, ਸਤਿਗੁਰ ਤੋਂ ਪਹਿਲਾਂ ਕਿੰਨੇ ਅਵਤਾਰੀ ਪੁਰਸ਼ ਆ ਚੁੱਕੇ ਹਨ। ਸਤਿਗੁਰ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਨੇ ਜਦੋਂ 4 ਉਦਾਸੀਆਂ ਕੀਤੀਆਂ ਨਾ, 4 ਉਦਾਸੀਆਂ ਦੇ ਸਮੇਂ ਗੁਰੂ ਨਾਨਕ ਸਾਹਿਬ ਇੱਕ ਪਿੰਡ ਦੇ ਵਿੱਚ ਗਏ ਤੇ ਇੱਕ ਖੂਹ ਦੇ ਨੇੜੇ ਬੈਠ ਗਏ ਤੇ ਕੀ ਵੇਖਦੇ ਹਨ, ਇੱਕ ਬੁੱਢਾ ਬੰਦਾ, ਇੱਕ ਬਹੁਤ ਬਜ਼ੁਰਗ, ਸਿਰ ਤੇ ਗਾਗਰ ਚੁੱਕੀ ਹੈ ਪਾਣੀ ਵਾਲੀ ਤੇ ਬੜੀ ਤਕਲੀਫ ਦੇ ਵਿੱਚ ਹੈ। ਸਤਿਗੁਰ ਨੇ ਉਸ ਬਜ਼ੁਰਗ ਨੂੰ ਆਖਿਆ ਕਿ ਬਾਬਾ ਜੀ, ਜੇ ਤੁਸੀਂ ਚਾਹੋ ਤੇ ਤੁਹਾਨੂੰ ਮੁਕਤੀ ਪ੍ਰਦਾਨ ਕਰ ਦਈਏ। ਤੁਹਾਡਾ ਇਹ ਜੋ ਗੇੜਾ ਹੈ, ਜੋ ਤੁਹਾਨੂੰ ਦੁੱਖ ਮਿਲਦਾ ਹੈ, ਜੋ ਤੁਸੀਂ ਤਕਲੀਫ ਭੋਗਦੇ ਹੋ, ਤੁਸੀਂ ਨਹੀਂ ਚਾਹੁੰਦੇ ਕਿ ਈਸ਼ਵਰ ਤੁਹਾਡੀ ਇਹ ਤਕਲੀਫ ਘਟਾ ਦੇਵੇ। ਉਸ ਬਜ਼ੁਰਗ ਨੇ ਆਖਿਆ ਕਿ ਜੇ ਮੈਂ ਮੁਕਤ ਹੋ ਜਾਵਾਂਗਾ ਤੇ ਮੇਰੇ ਪਰਿਵਾਰ ਦਾ, ਮੇਰੇ ਬੱਚਿਆਂ ਦਾ, ਮੇਰੇ ਜਿਹੜੇ ਪੋਤੇ ਦੋਤੇ ਹਨ, ਉਹਨਾਂ ਦਾ ਧਿਆਨ ਕੌਣ ਰੱਖੇਗਾ? ਮੈਂ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦਾ ਹਾਂ। ਮੈਂ ਰੋਜ਼ ਪਾਣੀ ਭਰਨ ਆਉਣਾ ਤੇ ਪਾਣੀ ਭਰ ਕੇ ਘਰ ਜਾਣਾ। ਜੇ ਮੈਂ ਹੀ ਮਰ ਜਾਵਾਂਗਾ, ਮੁਕਤ ਹੋ ਜਾਵਾਂਗਾ, ਇਹਨਾਂ ਨੂੰ ਪਾਣੀ ਕੌਣ ਭਰ ਕੇ ਦੇਵੇਗਾ? ਮਨ ਦੀ ਇੱਛਾ ਹੈ। ਧੰਨ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਚਲੋ, ਜਦੋਂ ਤੁਹਾਡਾ ਮਨ ਕਰੇਗਾ ਤੁਸੀਂ ਉਸ ਨਿਰੰਕਾਰ ਨੂੰ ਚੇਤੇ ਕਰਨਾ ਤੇ ਨਿਰੰਕਾਰ ਦੇ ਸੰਤ ਤੁਹਾਡੇ ਕੋਲ ਹਾਜ਼ਰ ਹੋਣਗੇ। ਸਮਾਂ ਪਾ ਕੇ ਬਜ਼ੁਰਗ ਦੀ ਮੌਤ ਹੋਈ। ਕਦੀ ਉਹ ਕੁੱਤਾ ਬਣ ਕੇ ਆਵੇ, ਧੰਨ ਗੁਰੂ ਨਾਨਕ ਸਾਹਿਬ ਨੂੰ ਪੁੱਛਣ ਕਿ ਬਾਬਾ ਜੀ ਹੁਣ ਤੁਹਾਨੂੰ ਮੁਕਤ ਕਰ ਦਈਏ, ਤੇ ਉਹ ਫਿਰ ਵੀ ਆਖੀ ਜੇ ਮੈਂ ਮੁਕਤ ਹੋ ਗਿਆ ਤੇ ਮੈਂ ਘਰ ਦਾ ਖਿਆਲ ਕਿਸ ਤਰ੍ਹਾਂ ਰੱਖਾਂਗਾ? ਕੁੱਤਾ ਬਣ ਕੇ ਘਰ ਦੇ ਬੂਹੇ ਗਾੜੀ ਬੈਠਾ ਰਹਿੰਦਾ ਸੀ। ਜਦੋਂ ਕੁੱਤੇ ਦੀ ਜੂਨ ਬਦਲੀ, ਕੁੱਤੇ ਦੀ ਜੂਨ ਬਦਲੀ ਤੇ ਇੱਕ ਪੰਛੀ ਦੇ ਰੂਪ ਦੇ ਵਿੱਚ ਆ ਗਿਆ। ਧੰਨ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਕਿ ਹੁਣ ਤੁਸੀਂ ਮੁਕਤ ਹੋਣਾ ਚਾਹੁੰਦੇ ਹੋ? ਅਜੇ ਵੀ ਆਖਦਾ ਜੀ ਮੈਂ ਮੁਕਤ ਹੋ ਗਿਆ, ਜੇ ਮੇਰੀ ਮੌਤ ਹੋ ਗਈ, ਮੈਂ ਇਸ ਰੁੱਖ ਤੇ ਬੈਠ ਕੇ ਆਪਣੇ ਪਰਿਵਾਰ ਨੂੰ ਵੇਖਦਾ, ਬੱਚਿਆਂ ਨੂੰ ਵੇਖਦਾ, ਇਹ ਬੜੇ ਖੁਸ਼ ਹੁੰਦੇ ਹਨ। ਤੇ ਜੇ ਮੈਂ ਮੁਕਤ ਹੋ ਗਿਆ, ਮੇਰੀ ਮੌਤ ਹੋ ਗਈ, ਤੇ ਫਿਰ ਮੈਂ ਇਹਨਾਂ ਦੀ ਖੁਸ਼ੀ ਨੂੰ ਕਿਸ ਤਰ੍ਹਾਂ ਵੇਖ ਸਕਾਂਗਾ?
ਮਨ ਅਜੇ ਵੀ ਨਹੀਂ ਚਾਹੁੰਦਾ ਕਿ ਮੈਂ ਮੁਕਤ ਹੋ ਜਾਵਾਂ, ਅਜੇ ਵੀ ਨਹੀਂ ਮਨ ਚਾਹੁੰਦਾ। ਸਮਾਂ ਪਾ ਕੇ ਪੰਛੀ ਦੀ ਜੂਨ ਬਦਲੀ ਤੇ ਇੱਕ ਸੱਪ ਦੀ ਜੂਨ ਵਿੱਚ ਆਇਆ। ਸੱਪ ਦੀ ਜੂਨ ਵਿੱਚ ਆ ਕੇ ਤੇ ਅੱਜ ਕੱਲ੍ਹ ਤੇ ਸਾਡੀਆਂ ਛੱਤਾਂ ਪੱਕੀਆਂ ਬਣ ਗਈਆਂ। ਪਹਿਲਾਂ ਸਮੇਂ ਸਨ, ਉਹਨਾਂ ਸਮਿਆਂ ਵਿੱਚ ਲੋਕਾਂ ਨੇ ਛੱਤ ਜਿਹੜੀ ਬਣਾਉਂਦੇ ਸਨ ਕਾਨਿਆਂ ਦੀ ਛੱਤ ਪਾ ਲੈਣੀ ਜਾਂ ਕਾਈ ਪਾ ਲੈਣੀ, ਤੇ ਇਹ ਸੱਪ ਕਾਨਿਆਂ ਦੀ ਛੱਤ ਵਿੱਚ ਵੜਿਆ ਰਹਿੰਦਾ ਸੀ। ਉੱਥੇ ਬੈਠ ਕੇ ਤੇ ਆਪਣੇ ਪਰਿਵਾਰ ਨੂੰ ਵੇਖਦੇ ਰਹਿਣਾ। ਸਤਿਗੁਰ ਨੇ ਫਿਰ ਇਹਨੂੰ ਪੁੱਛਿਆ ਇੱਕ ਵਾਰ ਸੁਰਤ ਕਰਕੇ, ਮੁਕਤ ਹੋਣਾ ਚਾਹੁੰਦਾ ਹੈ? ਇਹਨੇ ਫਿਰ ਆਖਿਆ ਕਿ ਨਹੀਂ। ਉਹ ਇੱਕ ਦਿਨ ਅਚਨਚੇਤ ਬੱਚੇ ਦਾ ਧਿਆਨ ਪਿਆ ਕਿ ਛੱਤ ਦੇ ਉੱਪਰ ਕੋਈ ਸੱਪ ਬੈਠਾ ਹੈ। ਛੱਤ ਦੇ ਉੱਪਰ ਜਦੋਂ ਪਤਾ ਲੱਗਾ ਕਿ ਕੋਠੇ ਉੱਪਰ ਛੱਤ ਦੇ ਵਿੱਚ ਸੱਪ ਵੜ ਕੇ ਬੈਠਾ ਰਹਿੰਦਾ ਏ, ਤੇ ਇਹਨਾਂ ਸਾਰਿਆਂ ਨੇ ਰਲ ਕੇ ਸੱਪ ਨੂੰ ਪਹਿਲਾਂ ਥੱਲੇ ਸੁੱਟਿਆ, ਫਿਰ ਡਾਂਗਾ ਮਾਰ ਮਾਰ ਕੇ ਇਹਨੂੰ ਮਾਰ ਦਿੱਤਾ। ਫਿਰ ਅਖੀਰ ਕੀੜੇ ਦੀ ਜੂਨ ਵਿੱਚ ਆਇਆ। ਕੀੜੇ ਦੀ ਜੂਨ ਵਿੱਚ ਫਿਰ ਇਹਨੇ ਨਿਰੰਕਾਰ ਜੀ ਅੱਗੇ ਬੇਨਤੀ ਕੀਤੀ, ਪਰਮੇਸ਼ਰ ਅੱਗੇ, ਸਤਿਗੁਰੂ ਹੁਣ ਮੈਨੂੰ ਮੁਕਤੀ ਬਖਸ਼ੋ, ਮੈਂ ਬਹੁਤ ਦੁੱਖ ਭੋਗਦਾ ਪਿਆ, ਮੈਂ ਇਹਨਾਂ ਦਾ ਖਿਆਲ ਰੱਖਦਾ, ਆਪਣੇ ਪਰਿਵਾਰ ਦਾ, ਮੈਂ ਇਹਨਾਂ ਦੀਆਂ ਇੱਛਾਵਾਂ ਦਾ ਧਿਆਨ ਰੱਖਦਾ ਤੇ ਇਹ ਮੈਨੂੰ ਦੁੱਖ ਦਿੰਦੇ ਹਨ। ਇਸ ਲਈ ਹੁਣ ਮੈਂ ਚਾਹੁੰਦਾ ਕਿ ਮੈਨੂੰ ਮੁਕਤ ਕਰ ਦਿਓ। ਮੈਂ ਸੰਸਾਰ ਵੱਲੋਂ ਇੱਕਦਮ ਉਦਾਸੀ ਧਾਰਨ ਕਰਨਾ ਚਾਹੁੰਦਾ। ਸੰਸਾਰ ਮੇਰੀ ਕਦਰ ਨਹੀਂ ਕਰਦਾ, ਮੇਰੇ ਬੱਚੇ, ਮੇਰੀਆਂ ਧੀਆਂ, ਮੇਰੇ ਆਪਣੇ ਪੁੱਤਰ ਮੇਰੀ ਕਦਰ ਨਹੀਂ ਕਰਦੇ। ਇਸ ਲਈ ਹੁਣ ਤੁਸੀਂ ਮੈਨੂੰ ਮੁਕਤੀ ਦੇ ਦਿਓ। ਇਸ ਲਈ ਸੰਸਾਰ ਦੀਆਂ ਇੱਛਾਵਾਂ ਵੱਲੋਂ ਮੁਕਤੀ ਮਿਲ ਜਾਣੀ, ਇਹਨੂੰ ਮੁਕਤੀ ਆਖਿਆ ਜਾਂਦਾ ਹੈ। ਇਹ ਮੁਕਤੀ ਦਾ ਨਾਮ ਹੈ। ਸੰਸਾਰ ਦੇ ਵਿੱਚ ਆਉਣਾ ਇਹ ਦੁੱਖ ਦਾ ਕਾਰਨ ਨਹੀਂ ਹੈ, ਇਹ ਕੋਈ ਮਾੜੀ ਗੱਲ ਨਹੀਂ। ਇੱਕ ਦਿਨ ਆਪਾਂ ਪੜ੍ਹਦੇ ਹਾਂ ਨਾ, ਸ਼੍ਰੀ ਰਾਮ ਚੰਦਰ ਜੀ ਦਾ ਚਰਿੱਤਰ ਪੜ੍ਹਦੇ ਹਾਂ, ਆਪਾਂ ਸੁਣਦੇ ਵੀ ਹਾਂ, ਟੀਵੀਆਂ ਦੇ ਵਿੱਚ ਵਿਖਾਇਆ ਜਾਂਦਾ ਹੈ ਰਮਾਇਣ। ਚਲੋ ਸਿੱਖਾਂ ਨੇ ਕੋਈ ਇਸ ਤਰ੍ਹਾਂ ਦਾ ਬਹੁਤਾ ਉਪਰਾਲਾ ਨਹੀਂ ਕੀਤਾ। ਹੁਣ ਸਿੱਖਾਂ ਨੂੰ ਪੁੱਛਿਆ, ਗੁਰਪੁਰਬ 'ਤੇ ਪੁੱਛਿਆ ਗਿਆ ਸੀ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ, ਤੇ ਬੱਚਿਆਂ ਨੂੰ ਪਤਾ ਨਹੀਂ ਹੈ ਕਿ ਉਹਨਾਂ ਦਾ ਪਿਤਾ ਕੌਣ ਹੈ, ਉਹਨਾਂ ਦੀ ਮਾਂ ਕਿਹੜੀ ਹੈ, ਬੱਚਿਆਂ ਨੂੰ ਪਤਾ ਨਹੀਂ। ਤੇ ਜੇ ਬੱਚਿਆਂ ਨੂੰ ਪੁੱਛੀਏ ਕਿ ਰਾਮਚੰਦਰ ਕੌਣ ਹੈ, ਹਨੂਮਾਨ ਕੌਣ, ਲਛਮਣ ਕੌਣ ਹੈ, ਫਟ ਉਸੇ ਵੇਲੇ ਜਵਾਬ ਦੇਣਗੇ, ਕਿਉਂਕਿ ਪਤਾ ਹੈ ਉਹਨਾਂ ਨੂੰ, ਉਹ ਵੇਖਦੇ ਹਨ, ਉਹਨਾਂ ਨੂੰ ਟੀਵੀ ਵਿੱਚ ਵਿਖਾਇਆ ਜਾਂਦਾ। ਤੇ ਸਾਡੇ ਸਮਾਜ ਵੱਲੋਂ ਕੋਈ ਇਸ ਤਰ੍ਹਾਂ ਦਾ ਯਤਨ ਨਹੀਂ ਕੀਤਾ ਗਿਆ ਕਿ ਟੀਵੀ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਦਾ ਸ਼ੋਅ ਵਿਖਾਇਆ ਜਾਵੇ, ਕੋਈ ਨਾਟਕ ਬਣਾ ਕੇ ਜਿਹਨੂੰ ਬੱਚੇ ਵੇਖਣ ਤੇ ਸਾਨੂੰ ਪਤਾ ਲੱਗੇ ਕਿ ਇਹ ਸਾਡਾ ਧਰਮ ਇਸ ਤਰ੍ਹਾਂ ਦਾ ਹੈ, ਸਾਡੀਆਂ ਇੰਨੀਆਂ ਕੁਰਬਾਨੀਆਂ, ਸਾਡਾ ਇੰਨਾ ਗੁਰੂਆਂ ਦਾ ਬਲੀਦਾਨ ਹੋਇਆ। ਤੇ ਉਹ ਆਪਾਂ ਵੇਖਦੇ ਹਾਂ ਰਮਾਇਣ ਦੇ ਵਿੱਚ, ਰਾਮ ਚਰਿੱਤਰ ਵਿੱਚ ਜਿਹੜੀ ਤੁਲਸੀਦਾਸ ਦੀ ਰਮਾਇਣ ਹੈ, ਇੱਕ ਬਾਲਮੀਕ ਦੀ ਰਮਾਇਣ ਹੈ, ਦੋਵਾਂ ਦੇ ਵਿੱਚ ਬੜਾ ਅੰਤਰ ਹੈ। ਤੁਲਸੀਦਾਸ ਨੇ ਜਿਹੜੀ ਰਮਾਇਣ ਲਿਖੀ ਹੈ, ਉਹਦੇ ਵਿੱਚ ਤੁਲਸੀਦਾਸ ਆਖਦਾ ਹੈ ਕਿ ਸ਼੍ਰੀ ਰਾਮ ਚੰਦਰ ਇੱਕ ਅਵਤਾਰੀ ਪੁਰਸ਼ ਹੈ, ਇੱਕ ਅਵਤਾਰ ਹੈ ਵਿਸ਼ਨੂੰ ਦਾ। ਤੇ ਸ਼੍ਰੀ ਦਸਮ ਗ੍ਰੰਥ ਦੇ ਵਿੱਚ ਵੀ ਇਹੀ ਦੱਸਿਆ ਗਿਆ ਹੈ ਕਿ ਵਿਸ਼ਨੂੰ ਦੇ 24 ਅਵਤਾਰ ਹੋਏ ਹਨ। 24 ਅਵਤਾਰਾਂ ਵਿੱਚੋਂ ਇੱਕ ਉਹਦਾ ਅਵਤਾਰ ਹੈ ਸ਼੍ਰੀ ਰਾਮ ਦਾ ਅਵਤਾਰ। ਇਸ ਲਈ ਬਹੁਤਿਆਂ ਵਿਦਵਾਨਾਂ ਨੇ ਇਹ ਮੁੱਦਾ ਚੁੱਕਿਆ ਹੈ ਕਿ ਦਸਮ ਗ੍ਰੰਥ ਦੇ ਵਿੱਚ ਰਮਾਇਣ ਲਿਖੀ ਹੈ ਕਿ ਉਹ ਜਿਹੜਾ ਦਸਮ ਗ੍ਰੰਥ ਦਾ ਲਿਖਾਰੀ ਹੈ ਉਹ ਰਾਮਚੰਦਰ ਨੂੰ ਪੂਜਣ ਵਾਲਾ ਹੈ। ਪਰ ਅਸਲ ਵਿੱਚ ਇਹ ਗੱਲ ਨਹੀਂ ਹੈ। ਅਸਲ ਵਿੱਚ ਇਹ ਨਤੀਜਾ ਇਹ ਹੈ ਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਭਾਗਵਤ ਗੀਤਾ ਹੈ ਜਾਂ ਧਾਰਮਿਕ ਗ੍ਰੰਥ ਸਨ, ਉਹਨਾਂ ਨੂੰ ਪੜ੍ਹਨ ਦਾ ਹੁਕਮ
ਸਿਰਫ ਬਾਹਮਣਾਂ ਨੂੰ ਸੀ, ਹੋਰ ਕੋਈ ਨਹੀਂ ਸੀ ਪੜ੍ਹ ਸਕਦਾ। ਇਸ ਲਈ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹਨਾਂ ਦਾ ਟੀਕਾ ਕੀਤਾ ਹੈ। ਟੀਕਾ ਕੀਤਾ ਹੈ ਕਿ ਸਾਡੇ ਵੱਲੋਂ ਆਜ਼ਾਦੀ ਹੈ, ਕੋਈ ਵੀ ਪੜ੍ਹ ਸਕਦਾ ਹੈ। ਭਗਵਤ ਪੁਰਾਣ, ਗੀਤਾ ਤੇ ਵਿਸ਼ਨੂੰ ਦੇ ਜਿਹੜੇ 24 ਅਵਤਾਰ ਹੋਏ ਹਨ, ਤੁਸੀਂ ਉਹਨਾਂ ਨੂੰ ਪੜ੍ਹ ਸਕਦੇ ਹੋ, ਤੁਹਾਨੂੰ ਆਜ਼ਾਦੀ ਹੈ। ਕਿਉਂਕਿ ਇਹ ਸਾਂਝੇ ਧਾਰਮਿਕ ਗ੍ਰੰਥ ਹਨ, ਪਰਮੇਸ਼ਰ ਸਾਂਝਾ ਸਾਰਿਆਂ ਦਾ, ਤੇ ਉਹਦੇ ਜਿਹੜੇ ਅਵਤਾਰ ਆਏ ਹਨ ਉਹ ਵੀ ਸਾਂਝੇ ਹਨ। ਇਸ ਲਈ ਉਹਨਾਂ ਨੂੰ ਪੜ੍ਹਨਾ, ਉਹਨਾਂ ਬਾਰੇ ਜਾਣਕਾਰੀ ਲੈਣੀ, ਇਹ ਸਾਰਿਆਂ ਦਾ ਹੱਕ ਹੈ। ਤੁਸੀਂ ਪੜ੍ਹ ਸਕਦੇ ਹੋ। ਇਸ ਕਰਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ਼੍ਰੀ ਦਸਮ ਗ੍ਰੰਥ ਜੀ ਦੇ ਅੰਦਰ ਵਿਸ਼ਨੂੰ ਦੇ 24 ਅਵਤਾਰਾਂ ਦਾ ਜ਼ਿਕਰ ਕੀਤਾ। ਜ਼ਿਕਰ ਇਸ ਕਰਕੇ ਕੀਤਾ, ਸਾਨੂੰ ਪਤਾ ਲੱਗੇ ਕਿ ਵਿਸ਼ਨੂੰ ਦੇ 24 ਅਵਤਾਰ ਹੋਏ ਹਨ। ਇਹਨਾਂ ਵਿੱਚ ਤੇ ਸ਼੍ਰੀ ਹਰੀ ਦੇ ਵਿੱਚ, ਨਿਰੰਕਾਰ ਵਿੱਚ ਕਿੰਨਾ ਫਰਕ ਹੈ। ਇਸ ਕਰਕੇ ਨੇ ਟੀਕਾ ਕੀਤਾ ਕਿ ਅਸੀਂ ਉਹਨਾਂ ਦੇ ਪੁਜਾਰੀ ਬਣ ਜਾਈਏ। ਤੇ ਨਾਲ ਆਪਾਂ ਪੜ੍ਹਦੇ ਹਾਂ ਦਸਮ ਗ੍ਰੰਥ ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਹੈ। ਸਤਿਗੁਰ ਨੇ ਆਖਿਆ, ਮੈਂ ਨਾ ਗਣੇਸ਼ ਹੈ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ। ਸਤਿਗੁਰ ਨੇ ਆਖਿਆ, ਮੈਂ ਇਹਨਾਂ ਦਾ ਖੁਲਾਸਾ ਜ਼ਰੂਰ ਕੀਤਾ ਹੈ, ਪਰ ਮੈਂ ਨਾ ਤੇ ਗਣੇਸ਼ ਨੂੰ ਪੂਜਦਾ, ਨਾ ਮੈਂ ਉਹਨੂੰ ਮੰਨਦਾ, ਨਾ ਮੈਂ ਕ੍ਰਿਸ਼ਨ ਨੂੰ ਪੂਜਦਾ, ਨਾ ਮੈਂ ਵਿਸ਼ਨੂੰ ਦੀ ਪੂਜਾ ਕਰਦਾ। ਕਾਨ ਸੁਨੇ ਪਹਿਚਾਨ ਨਾ ਤਿਨ ਸੋ, ਲਿਵ ਲਾਗੀ ਮੋਰੀ ਪਗ ਇਨ ਸੋ। ਹਾਂ, ਇਹਨਾਂ ਬਾਰੇ ਮੈਂ ਸੁਣਿਆ ਜ਼ਰੂਰ ਹੈ ਕਿ ਇਹ ਅਵਤਾਰੀ ਪੁਰਸ਼ ਹੋਏ ਹਨ, ਸੰਸਾਰ ਦੀ ਕਲਿਆਣ ਵਾਸਤੇ ਇੱਥੇ ਆਏ, ਤੇ ਇਹਨਾਂ ਨੂੰ ਭੇਜਿਆ ਉਹਨੇ ਹੈ, ਪਾਰ ਬ੍ਰਹਮ ਪਰਮੇਸ਼ਰ ਨੇ, ਉਹਨੇ ਭੇਜਿਆ ਹੈ। ਇਸ ਲਈ ਮੇਰੀ ਪ੍ਰੀਤ ਉਹਦੇ ਨਾਲ ਲੱਗੀ ਹੈ ਜੋ ਆਦ ਅੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਆਹੋ ਹਮਾਰਾ। ਇਸ ਲਈ ਮੈਂ ਤੇ ਉਹਦੇ ਨਾਲ ਪ੍ਰੇਮ ਕਰਦਾ ਜੋ ਆਦ ਦੇ ਵਿੱਚ ਵੀ ਸੀ ਤੇ ਅੰਤ ਦੇ ਵਿੱਚ ਵੀ ਰਹੇਗਾ। ਤੇ ਇਹ ਸਮਾਂ ਪਾ ਕੇ ਖਤਮ ਹੋ ਜਾਂਦੇ ਹਨ, ਇਹਨਾਂ ਦੀਆਂ ਉਮਰਾਂ ਹਨ ਬਹੁਤ ਵੱਡੀਆਂ ਵੱਡੀਆਂ। ਇਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਦੇ ਵਿੱਚ ਵਿਸ਼ਨੂੰ ਦੇ 24 ਅਵਤਾਰਾਂ ਦਾ ਜ਼ਿਕਰ ਕੀਤਾ ਹੈ, ਅਸੀਂ ਪੜ੍ਹ ਸਕਦੇ ਹਾਂ। ਤੇ ਦਸਮ ਗ੍ਰੰਥ ਦੇ ਵਿੱਚ ਵੀ ਸ਼੍ਰੀ ਰਾਮ ਚੰਦਰ ਨੂੰ ਅਵਤਾਰੀ ਪੁਰਸ਼ ਹੀ ਕਿਹਾ ਹੈ। ਤੇ ਬਾਲਮੀਕ ਦੀ ਜਿਹੜੀ ਰਮਾਇਣ ਹੈ, ਬਾਲਮੀਕੀ ਰਮਾਇਣ ਵਿੱਚ ਆਖਿਆ ਕਿ ਰਾਮ ਚੰਦਰ ਕੋਈ ਅਵਤਾਰੀ ਪੁਰਸ਼ ਨਹੀਂ ਸੀ, ਉਹ ਇੱਕ ਬਹੁਤ ਭਲਾ ਮਨੁੱਖ, ਇੱਕ ਰਾਜਾ ਸੀ ਜੋ ਪਰਜਾ ਦਾ ਖਿਆਲ ਰੱਖਣ ਵਾਲਾ, ਇੱਕ ਤਿਆਗੀ, ਇੱਕ ਬੈਰਾਗੀ ਮਨੁੱਖ ਹੈ। ਵਾਲਮੀਕ ਦੀ ਰਮਾਇਣ ਉਹਨੂੰ ਤਿਆਗੀ, ਇੱਕ ਰਾਜਾ, ਚੰਗਾ ਰਾਜਾ ਆਖਦੀ ਹੈ, ਤੇ ਤੁਲਸੀਦਾਸ ਦੀ ਰਮਾਇਣ ਆਖਦੀ ਹੈ ਉਹ ਇੱਕ ਅਵਤਾਰੀ ਪੁਰਸ਼ੀ। ਦੋਵਾਂ ਦੇ ਵਿੱਚ ਅੰਤਰ ਹੈ, ਦੋਵਾਂ ਦੇ ਵਿੱਚ। ਸੋ ਆਪਾਂ ਤੇ ਵਿਚਾਰੇ ਕਰਦੇ ਪਏ ਹਾਂ ਕਿ ਇੱਕ ਦਿਨ ਸ਼੍ਰੀ ਰਾਮ ਚੰਦਰ ਨੇ ਆਪਣੇ ਗੁਰੂ ਨੂੰ ਪੁੱਛਿਆ ਸੀ, ਉਹਨਾਂ ਦਾ ਗੁਰੂ ਹੈ ਵਰਿਸ਼ਟ, ਆਪਣੇ ਗੁਰੂ ਨੂੰ ਪੁੱਛਿਆ, ਗੁਰੂ ਕੋਲ ਪੜ੍ਹਦੇ ਪਏ ਹਨ। ਸ਼੍ਰੀ ਰਾਮ ਚੰਦਰ ਪੁੱਛਦਾ ਹੈ ਕਿ ਅਸੀਂ ਵਾਰ-ਵਾਰ ਸੰਸਾਰ 'ਤੇ ਕਿਉਂ ਆਉਂਦੇ ਹਾਂ, ਕਾਰਨ ਕੀ ਹੈ। ਤੇ ਰਾਮ ਚੰਦਰ ਦੇ ਗੁਰੂ ਨੇ, ਵਰਿਸ਼ਟ ਨੇ ਆਖਿਆ ਕਿ ਰਾਮ, ਆਪਾਂ ਇੱਥੇ ਕਈ ਵਾਰ ਆ ਚੁੱਕੇ ਹਾਂ, ਕਈ ਵਾਰ ਤੂੰ ਮੇਰਾ ਸੇਵਕ ਬਣਿਆ ਹੈ, ਮੈਂ ਕਈ ਵਾਰ ਤੇਰਾ ਗੁਰੂ ਬਣ ਕੇ ਆਇਆ, ਕਈ ਵਾਰ, ਇੱਕ ਵਾਰ ਥੋੜ੍ਹਾ। ਇਹ ਸਿਲਸਿਲਾ ਤੇ ਕਈ ਵਾਰ ਦਾ ਕਿੰਨੇ ਯੁੱਗਾਂ ਤੋਂ ਚੱਲਦਾ ਆ ਰਿਹਾ ਹੈ, ਕਿੰਨੇ ਯੁੱਗਾਂ ਤੋਂ। ਆਉਣ ਦਾ ਕਾਰਨ ਕੀ ਹੈ ਇਹ ਪੁੱਛਿਆ ਹੈ। ਗੁਰੂਆਂ ਦੇ ਆਉਣ ਦਾ ਕਾਰਨ ਇਹ ਹੈ ਕਿ ਗੁਰੂ ਆਪ ਤੇ ਮੁਕਤ ਹੈ, ਉਹ ਚਾਹੁੰਦਾ ਹੈ ਕਿ ਸੰਸਾਰ ਨੂੰ ਵੀ ਆਪਾਂ ਮੁਕਤ ਕਰਨਾ ਹੈ। ਜਿਹੜੇ ਇੱਥੇ ਜੀਵ ਹਨ ਉਹਨਾਂ ਨੂੰ ਵੀ ਕੱਢਣਾ ਹੈ ਭਵਜਲ ਦੇ ਵਿੱਚੋਂ, ਉਹਨਾਂ ਨੂੰ ਕੱਢ ਕੇ ਤੇ ਪਾਰ ਬ੍ਰਹਮ ਦੇ ਦੇਸ਼ ਵਿੱਚ ਲੈ ਕੇ ਜਾਣਾ ਹੈ। ਇਹ ਸਾਰੀਆਂ ਰੂਹਾਂ ਜਿਹੜੀਆਂ ਹਨ, ਜਿੰਨੇ ਵੀ ਸਰੀਰ ਇੱਥੇ ਹਨ, ਜਿੰਨੀਆਂ ਵੀ ਰੂਹਾਂ ਇੱਥੇ ਆਈਆਂ ਹਨ, ਸਾਰੀਆਂ ਉਹ ਸੱਚਖੰਡ ਵਿੱਚੋਂ, ਮਾਲਕ ਦੇ ਦੇਸ਼ ਵਿੱਚੋਂ ਆਈਆਂ ਹਨ। ਉਹਦੇ ਦੇਸ਼ ਵਿੱਚੋਂ ਆ ਤੇ ਗਈਆਂ, ਜਦੋਂ ਇੱਥੇ ਆਈਆਂ ਕਾਲ ਦੇ ਦੇਸ਼ ਵਿੱਚ, ਮਾਇਆ ਦੇ ਦੇਸ਼, ਤੇ ਇੱਥੇ ਆ ਕੇ ਇਹਨਾਂ ਨੂੰ ਚੇਤਾ ਭੁੱਲ ਗਿਆ।
ਕਿ ਅਸੀਂ ਉੱਥੋਂ ਆਈਆਂ ਹਾਂ। ਤੇ ਸਿਰਫ ਚੇਤਾ ਕਰਵਾਉਣ ਵਾਸਤੇ ਤੇ ਗੁਰੂ ਸੰਤ ਜਨ ਮਹਾਤਮਾ ਅਵਤਾਰੀ ਪੁਰਸ਼ ਸਾਡੇ ਵਿੱਚ ਆਉਂਦੇ ਹਨ ਕਿ ਉਹਨਾਂ ਨੂੰ ਬਸ ਚੇਤੇ ਕਰਵਾਉਣਾ ਹੈ ਕਿ ਤੁਸੀਂ ਚੇਤੇ ਕਰੋ, ਤੁਹਾਨੂੰ ਇੱਥੇ ਪੱਕਾ ਰਹਿਣ ਵਾਸਤੇ ਨਹੀਂ ਭੇਜਿਆ, ਤੁਸੀਂ ਮੁੜ ਕੇ ਫਿਰ ਉੱਥੇ ਆਉਣਾ ਹੈ। ਪਰ ਤੁਸੀਂ ਉਹਨੂੰ ਚੇਤੇ ਨਹੀਂ ਕਰਦੇ, ਇਸ ਲਈ ਤੁਸੀਂ ਕਾਲ ਦੇ ਦੇਸ਼ ਦੇ ਵਿੱਚ ਨਰਕਾਂ ਦੇ ਵਿੱਚ ਘੁੰਮਦੇ ਰਹਿੰਦੇ ਹੋ। ਕਦੀ 84 ਦੇ ਵਿੱਚ ਆ ਗਏ ਤੇ ਕਦੀ ਤੁਸੀਂ ਮਨੁੱਖਾ ਦੇਹ ਹੀ ਪ੍ਰਾਪਤ ਕਰ ਲਈ। ਉਹ ਸਾਨੂੰ ਕੋਈ ਚੇਤਾ ਹੀ ਨਹੀਂ, ਕੋਈ ਖਿਆਲ ਹੀ ਨਹੀਂ ਹੈ। ਤੇ ਉਹ ਸਾਡੇ ਖਿਆਲ ਦੇ ਵਿੱਚ ਮਾਲਕ ਨੂੰ ਭਰਨ ਵਾਸਤੇ, ਸਾਡੇ ਖਿਆਲਾਂ ਵਿੱਚ ਉਹਨੂੰ ਭਰਨ ਵਾਸਤੇ ਉਹ ਗੁਰੂ ਸੰਤ ਅਵਤਾਰੀ ਪੁਰਸ਼ ਸਾਡੇ ਵਿੱਚ ਆਉਂਦੇ ਹਨ। ਵਰਿਸ਼ਟ ਨੇ ਆਖਿਆ, ਕਈ ਵਾਰ ਮੈਂ ਤੇਰਾ ਗੁਰੂ ਬਣਿਆ ਤੇ ਕਈ ਵਾਰ ਤੂੰ ਮੇਰਾ ਸੇਵਕ ਬਣ ਕੇ ਆਇਆ ਹੈ ਤੇ ਤੂੰ ਵਿਸ਼ਨੂੰ ਦਾ ਅਵਤਾਰ ਹੈ, ਤੂੰ ਵਿਸ਼ਨੂੰ ਦਾ ਅਵਤਾਰ ਹੈ, ਪਰ ਤੂੰ ਕਾਲ ਦੇ ਦੇਸ਼ ਵਿੱਚ ਆਇਆ ਹੈ ਨਾ, ਇਸ ਕਰਕੇ ਕਾਲ ਨੇ ਤੇਰੇ ਤੇ ਅਸਰ ਪਾਇਆ, ਤੈਨੂੰ ਵੀ ਚੇਤਾ ਭੁਲਾ ਦਿੱਤਾ ਹੈ, ਤੈਨੂੰ ਵੀ ਹੁਣ ਚੇਤਾ ਭੁੱਲ ਗਿਆ ਹੈ। ਕਿਉਂਕਿ ਉਹ ਜਿਹੜਾ ਚਿੱਤਰਕਾਰ ਹੈ ਨਾ, ਜੋ ਪਰਮੇਸ਼ਰ ਹੈ, ਜੋ ਚਿੱਤਰਕਾਰ ਹੈ, ਉਹਨੇ ਸਾਡਾ ਚੇਤਾ ਬਣਾਇਆ। ਚਿੱਤਰਕਾਰ ਨੇ ਉਹੀ ਸਾਰੇ ਸੰਸਾਰ ਨੂੰ ਚਿੱਤਰਦਾ ਹੈ, ਸਾਰੇ ਸੰਸਾਰ ਦਾ ਨਕਸ਼ਾ ਉਹਨੇ ਬਣਾਇਆ ਹੈ। ਉਹਨੇ ਕਾਲ ਨੂੰ ਬਣਾਇਆ, ਉਹਨੇ ਧਰਤੀਆਂ, ਸਾਰਾ ਬ੍ਰਹਿਮੰਡ, ਸਾਰੀ ਸ੍ਰਿਸ਼ਟੀ ਉਹਨੇ ਬਣਾਈ ਹੈ। ਸਾਰਾ ਕੁਝ ਪੈਦਾ ਕਰਨ ਵਾਲਾ ਉਹੀ ਹੈ। ਇਸ ਲਈ ਸੰਸਾਰ ਦੇ ਵਿੱਚ ਆਉਣਾ ਇਹ ਕੋਈ ਮਾੜੀ ਗੱਲ ਨਹੀਂ, ਇਹ ਕੋਈ ਦੁੱਖ ਦਾ ਕਾਰਨ ਨਹੀਂ ਹੈ। ਦੁੱਖ ਦਾ ਕਾਰਨ ਇਹੀ ਹੈ ਕਿ ਇੱਥੇ ਆ ਕੇ ਉਸ ਮਾਲਕ ਨੂੰ ਭੁੱਲ ਜਾਣਾ, ਪਰਮੇਸ਼ਰ ਨੂੰ ਭੁੱਲ ਜਾਣਾ ਤੇ ਮਾਇਆ ਦੇ ਭਵਰ ਜਾਲ ਦੇ ਵਿੱਚ ਫਸ ਜਾਣਾ, ਇਹ ਦੁੱਖ ਦਾ ਕਾਰਨ ਹੈ। ਤੇ ਗੁਰੂ ਸਾਨੂੰ ਮੁਕਤੀ ਦਾ ਮਾਰਗ ਵਿਖਾਉਣ ਹੁੰਦਾ ਹੈ ਕਿ ਮੁਕਤੀ ਕਿਹਨੂੰ ਆਖਿਆ ਜਾਂਦਾ ਹੈ। ਮਰ ਜਾਣਾ ਤੇ ਮਰਨ ਤੋਂ ਬਾਅਦ ਸਾਨੂੰ ਇਹ ਭਰਮ ਪੈ ਜਾਂਦਾ ਕਿ ਹੁਣ ਅਗਲਾ ਬੰਦਾ ਮੁਕਤ ਹੋ ਗਿਆ ਹੈ। ਕਿਸੇ ਵੇਲੇ ਅਸੀਂ ਅਰਦਾਸ ਨਹੀਂ ਕਰਾਉਂਦੇ ਕਿ ਆ ਫਲਾਨਾ ਬੰਦਾ ਬੜਾ ਬਿਮਾਰ ਹੈ, ਇਹਨੂੰ ਮੁਕਤੀ ਮਿਲ ਜਾਵੇ, ਇਹਦੇ ਵਾਸਤੇ ਕੋਈ ਯਤਨ ਕਰੋ, ਕੋਈ ਪਾਠ ਕਰੋ, ਕੋਈ ਅਰਦਾਸ ਕਰੋ, ਇਹਨੂੰ ਮੁਕਤੀ ਨਹੀਂ। ਇਸ ਤਰ੍ਹਾਂ ਮੁਕਤੀ ਨਹੀਂ ਮਿਲਦੀ ਜਿੰਨੇ ਸਮੇਂ ਤੱਕ ਮਨ ਦੀਆਂ ਇੱਛਾਵਾਂ ਨਹੀਂ ਖਤਮ ਹੋ ਜਾਂਦੀਆਂ। ਮਰਨ ਵੇਲੇ ਜੇ ਬੰਦੇ ਨੇ ਫਿਰ ਇੱਛਾ ਬਣਾ ਲਈ, ਮਰਨ ਤੱਕ ਅਸੀਂ ਆਪਣੇ ਮਨ ਵਿੱਚ ਇੱਛਾਵਾਂ ਰੱਖਦੇ ਹਾਂ। ਭਗਤ ਤਰਲੋਚਨ ਜੀ ਦੀ ਬਾਣੀ ਪੜ੍ਹ ਕੇ ਵੇਖੋ, ਉਹਨਾਂ ਨੇ ਕੀ ਆਖਿਆ। ਭਗਤ ਤਰਲੋਚਨ ਜੀ ਨੇ ਆਪਣੀ ਬਾਣੀ ਵਿੱਚ ਆਖਿਆ ਹੈ ਕਿ ਮਰਨ ਵੇਲੇ ਜੇ ਕੋਈ ਮਨੁੱਖ ਆਪਣੇ ਘਰ ਦਾ ਧਿਆਨ ਕਰੇ ਕਿ ਹਾਏ ਮੇਰਾ ਘਰ ਇੰਨੀ ਮਿਹਨਤ ਨਾਲ ਬਣਾਇਆ, ਤੇ ਭਗਤ ਤਰਲੋਚਨ ਜੀ ਆਖਦੇ ਹਨ ਉਹਨੂੰ ਉਸੇ ਵੇਲੇ ਪ੍ਰੇਤ ਜੂਨੀ ਵਿੱਚ ਸੁੱਟਿਆ ਜਾਂਦਾ ਹੈ ਕਿ ਤੂੰ ਪ੍ਰੇਤ ਬਣ, ਭੂਤ ਅਤੇ ਪ੍ਰੇਤ ਬਣ ਕੇ ਇਸੇ ਘਰ ਵਿੱਚ ਰਵੇਂਗਾ। ਆਪ ਤੇ ਤੂੰ ਦੁੱਖ ਭੋਗਣਾ ਹੀ ਹੈ, ਤੇ ਜਿਹੜੇ ਇਸ ਘਰ ਵਿੱਚ ਰਹਿੰਦੇ ਹਨ ਤੂੰ ਉਹਨਾਂ ਨੂੰ ਵੀ ਡਰਾਵੇਂਗਾ, ਉਹਨਾਂ ਨੂੰ ਵੀ ਤਕਲੀਫ ਦੇਵੇਂਗਾ। ਇਸ ਲਈ ਪ੍ਰੇਤ ਜੂਨੀ ਮਿਲ ਜਾਂਦੀ ਹੈ। ਤੇ ਜੇ ਕੋਈ ਆਪਣੀ ਪਤਨੀ ਦਾ ਧਿਆਨ ਕਰੇ ਕਿ ਮੇਰੀ ਪਤਨੀ, ਮੇਰੀ ਘਰ ਵਾਲੀ, ਉਹਨੂੰ ਫਿਰ ਵੇਸਵਾ ਦੀ ਜੂਨ ਮਿਲ ਜਾਂਦੀ ਹੈ, ਵੇਸਵਾ ਦੀ। ਇਸ ਲਈ ਮੁਕਤੀ ਉਹਨੂੰ ਆਖਿਆ ਜਾਂਦਾ ਹੈ ਕਿ ਮਰਨ ਤੋਂ ਪਹਿਲਾਂ ਮਨ ਦੀਆਂ ਸਾਰੀਆਂ ਇੱਛਾਵਾਂ ਖਤਮ ਕਰਕੇ ਤੇ ਸਿਰਫ ਉਸ ਨਿਰੰਕਾਰ ਦੇ ਨਾਲ ਆਪਣਾ ਮਨ ਜੋੜ ਲੈਣਾ। ਤੇ ਭਗਤ ਤਰਲੋਚਨ ਜੀ ਨੇ ਅਖੀਰ ਦੇ ਵਿੱਚ ਆਖਿਆ ਕਿ ਜੇ ਕੋਈ ਮਰਨ ਵੇਲੇ ਉਸ ਨਾਰਾਇਣ ਦਾ ਧਿਆਨ ਕਰੇ, ਉਸ ਮਾਲਕ ਦਾ, ਉਸ ਪਾਰ ਬ੍ਰਹਮ ਦਾ ਧਿਆਨ ਕਰ ਲਵੇ, ਤੇ ਫਿਰ ਉਹਦੀ ਜਿਹੜੀ ਸੁਰਤ ਹੈ ਸਦੀਵ ਕਾਲ ਵਾਸਤੇ ਨਿਰੰਕਾਰ ਦੇ ਦੇਸ਼ ਵਿੱਚ, ਉਹਦੇ ਘਰ ਵਿੱਚ ਟਿਕੀ ਰਹਿੰਦੀ ਹੈ। ਉਹਨੂੰ ਫਿਰ ਵਾਰ-ਵਾਰ ਜਨਮ ਨਹੀਂ ਲੈਣਾ ਪੈਂਦਾ।